बेटा साढ़े कोल क्वेश्चन हुण एक्सरसाइज 1.2 है, ਇਹਦਾ 4th क्वेश्चन आ। HCF बेटा सानूं दिता 306 ਤੇ 657 ਦਾ कितना 9 ब्रैकेट में लिखा बेटा 306 ਤੇ 657 ਇਹਦਾ मतलब बाहर HCF लिखा। ਇਹਦਾ मतलब ਇਹਨਾਂ ਦੋਨਾਂ ਦਾ HCF यानी मास हवा कितना है 9। ਇੱਥੇ ਕਿਹਾ ਉਹਨੇ LCM ਬ੍ਰੈਕਟ ਵਿੱਚ ਲਿਖਿਆ 306 ਤੇ 657। ਇਹਦਾ ਕੀ ਮਤਲਬ ਆ ਵੀ 306 ਤੇ 657 ਦਾ ਆਪਾਂ LCM ਕੀ ਆ ਫਾਈਂਡ ਕਰਨਾ ਹੈ। ਠੀਕ ਹੈ, LCM ਆਪਾਂ ਪਤਾ ਕਰਨਾ ਹੈ, HCF ਸਾਨੂੰ ਦਿੱਤਾ ਹੈ। ਠੀਕ ਹੈ, ਇਹ ਬੇਟਾ ਆਪਾਂ ਕੁਐਸਚਨ ਕਿੱਦਾਂ ਕਰਾਂਗੇ। ਆਪਾਂ ਆਹ ਕੁਐਸਚਨ ਵਿੱਚ ਉੱਪਰ ਦੇਖੋ ਸੈਕੰਡ ਕੁਐਸਚਨ ਵਿੱਚ ਕੀਤਾ ਸੀ ਕਿ ਦੋ ਸੰਖਿਆਵਾਂ ਦਾ ਗੁਣਨਫਲ ਕਿਹਦੇ ਬਰਾਬਰ ਹੁੰਦਾ HCF ਗੁਣਾ LCM। ਇਹ ਵਾਲਾ ਬੇਟਾ ਆਪਾਂ ਫਾਰਮੂਲਾ ਇੱਥੇ ਯੂਜ਼ ਕਰਾਂਗੇ। ਦੋ ਸੰਖਿਆਵਾਂ ਸਾਡੇ ਕੋਲ ਕਿਹੜੀਆਂ 306 ਤੇ 657 ਤੇ HCF कितना 9 LCM ਆਪਾਂ ਕੱਢ ਲਾਂਗੇ ਇਹ ਵਾਲਾ ਫਾਰਮੂਲਾ ਯੂਜ਼ ਕਰਕੇ। ਠੀਕ ਹੈ, ਦੋ ਸੰਖਿਆਵਾਂ ਕਿਹੜੀਆਂ 306 ਤੇ 657 ਇਹਨਾਂ ਦੋਨਾਂ ਦਾ HCF ਕਿੰਨਾ ਬੇਟਾ 9 ਤੇ LCM ਆਪਾਂ ਕੱਢਣਾ। ਠੀਕ ਹੈ ਬੇਟਾ, ਇਹਨੂੰ ਹੁਣ ਆਪਾਂ ਕਰਦੇ ਹਾਂ। ਇਹਦੇ ਤੋਂ ਬੇਟਾ ਦੇਖੋ ਕੀ ਆ HCF 306 ਤੇ 657 ਦਾ ਕਿੰਨਾ 9। ਹੁਣ ਅਸੀਂ ਜਾਣਦੇ ਹਾਂ ਕਿ ਦੋ ਸੰਖਿਆਵਾਂ ਦਾ ਗੁਣਨਫਲ ਕਿਹਦੇ ਬਰਾਬਰ ਹੁੰਦਾ ਬੇਟਾ HCF ਗੁਣਾ LCM ਦੇ। ਠੀਕ ਹੈ, ਇੱਥੋਂ ਬੇਟਾ ਕੀ ਪਤਾ ਲੱਗਾ ਦਿਸ ਇੰਪਲਾਈਜ਼ ਇਹਨੂੰ ਆਪਾਂ ਕਹਿੰਦੇ ਹਾਂ ਦਿਸ ਇੰਪਲਾਈਜ਼ ਇੱਦਾਂ ਬੇਟਾ ਪਾਉਂਦੇ ਨਾ ਆਪਾਂ। ਇਹਦਾ मतलब दिस इंप्लाइज ਜਾਂ विच इंप्लाइज ਮੰਨ ਲਓ ਇਹ ਜਿਹੜੇ ਉੱਪਰ ਚੀਜ਼ ਲਿਖੀ ਤੋਂ ਕੀ ਪਤਾ ਲੱਗਾ ਸਾਨੂੰ ਕਿ ਦੋ ਸੰਖਿਆਵਾਂ ਦਾ ਗੁਣਨਫਲ ਦੋ ਸੰਖਿਆਵਾਂ ਬੇਟਾ ਕਿਹੜੀਆਂ ਹੁੰਦੀਆਂ ਇੱਕ 306 ਆ ਇੱਕ 657 ਆ। ਇਹਨਾਂ ਦਾ ਗੁਣਨਫਲ ਕਿੰਨਾ ਹੈ HCF ਗੁਣਾ LCM। HCF ਸਾਨੂੰ ਪਤਾ ਦੇਖੋ ਇਹਨਾਂ ਦਾ ਕਿੰਨਾ 9। LCM ਵੱਲ ਲਾਸ ਆਵਾ ਬੇਟਾ ਆਪਾਂ ਕੱਢਣਾ ਇੱਦਾਂ ਹੀ ਰਹਿਣ ਦਿਓ। ਹੁਣ ਬੇਟਾ ਕਰਨਾ ਮੈਂ ਇੱਧਰ ਲਿਖ ਲੈਣੀ ਇੱਧਰ ਲਿਖ ਲੈਣੀ 9 ਗੁਣਾ LCM ਕਿੰਨਾ ਆ ਗਿਆ 306 ਗੁਣਾ 657। ਇੱਥੋਂ ਬੇਟਾ LCM ਕਿੰਨਾ ਆ ਗਿਆ 306 ਗੁਣਾ 657 ਬਟਾ 9। ਠੀਕ ਹੈ, ਇਹ 9 ਬੇਟਾ ਹੁਣ ਮੈਂ ਕੱਢ ਦੇਣਾ ਇਹਨਾਂ ਕੱਢ ਦਿਓ ਜੇ ਇਹਨਾਂ ਕੱਢ ਦਿਓ ਕੱਟ ਹੋ ਜਾਣਾ। ਠੀਕ ਹੈ, 9 ਤੀਆ 27 ਬਾਕੀ ਵਜਾ ਬੇਟਾ ਮੇਰੇ ਕੋਲ 3 ਇੱਥੇ ਲੱਗਾ 36 ਬਣ ਗਿਆ 9 ਚੁੱਕਾ 36। ਤਾਂ ਹੁਣ ਇੱਥੇ ਮੇਰੇ ਕੋਲ ਆ ਗਿਆ 34 ਗੁਣਾ 657। ਇਹਨਾਂ ਨੂੰ ਬੇਟਾ ਆਪਾਂ ਗੁਣਾ ਕਰ ਦਈਏ ਇਹਨਾਂ ਨੂੰ ਆਪਾਂ ਗੁਣਾ ਕਰ ਦਈਏ ਉਹ ਸਾਡੇ ਕੋਲ ਕੀ ਆ ਜਾਏਗਾ ਆਨਸਰ। इन्होंने बेटा गुणा करके आ जाएगा 22,338। ये साडा की आ लास आवा जिन्होंने आप LCM कहते हैं। ठीक है, तो दो संख्यावां का जो मास आवा दिता है तो आप फार्मूला लगावांगे दो संख्यावां का गुणनफल बराबर है HCF गुणा LCM। आ दो संख्यावां सी इन्हां दा गुणा करके आ साडा HCF सी आ LCM सी। LCM इधर ही रहंदा ना साडा HCF इहदे नीचे आना ये कट के जिन्ना आंसर है वो की है बेटा LCM है। ठीक है, इहदे नाल साडा की बेटा 4th क्वेश्चन कंप्लीट हुंदा है। अगे बेटा साडे कोल क्वेश्चन नंबर 5 ਜਾਂਚ ਕਰੋ ਕਿ ਕਿਸੇ ਪ੍ਰਾਕ੍ਰਿਤਿਕ ਸੰਖਿਆ n ਦੇ ਲਈ ਸੰਖਿਆ 6 ਦੀ ਪਾਵਰ n ਅੰਕ 0 ਤੇ ਸਮਾਪਤ ਹੋ ਸਕਦੀ ਹੈ। ਕਹਿ ਰਿਹਾ ਕਿ ਜੇ ਮੰਨ ਲਓ 6 ਦੀ ਪਾਵਰ ਆਪਾਂ ਕੁਝ ਕਰੀਏ 6 ਦੀ ਪਾਵਰ ਜਿੱਦਾਂ 1 ਕਰ ਲਈਏ 6 ਦੀ ਪਾਵਰ 1 ਕਿੰਨਾ ਦਾ ਬੇਟਾ 6 ਕੀ ਉਹਦਾ ਐਂਡ 0 ਨਾ ਹੁੰਦਾ ਨਹੀਂ। ਕਿ 6 ਦੀ ਪਾਵਰ 0 2 ਕਰੀਏ ਜੇ ਆਪਾਂ 6 ਦੀ ਪਾਵਰ 2 ਕਿੰਨਾ ਦਾ ਬੇਟਾ 6 ਛਕਾ 36 ਕਿ 36 ਦਾ ਐਂਡ 0 ਨਾ ਹੁੰਦਾ ਨਹੀਂ। ਇੱਦਾਂ ਕਹਿੰਦਾ ਕਿ ਆਪਾਂ n ਦੀ ਥਾਂ ਤੇ ਕੋਈ ਪ੍ਰਾਕ੍ਰਿਤਿਕ ਸੰਖਿਆ ਲਿਖ ਦਈਏ ਜਿੱਦਾਂ n ਇੱਥੇ ਉੱਪਰ ਇੱਥਾਂ 'ਤੇ ਕੋਈ ਪ੍ਰਾਕ੍ਰਿਤਿਕ ਸੰਖਿਆ ਲੈ ਲਈ n ਦੀ ਥਾਂ 'ਤੇ 3 ਲਿਖ ਦਈਏ 4 ਲਿਖ ਦਈਏ 5 ਲਿਖ ਦਈਏ 100 ਲਿਖ ਦਈਏ ਕਿ n ਦੀ ਕਹਿੰਦਾ ਕੋਈ ਇੱਦਾਂ ਦੀ ਸੰਖਿਆ ਹੈ n ਦੀ ਜਗ੍ਹਾ 'ਤੇ ਆਪਾਂ ਜਿਹੜੀ ਲਿਖ ਦਈਏ ਕਿ 6 ਦੀ ਪਾਵਰ ਜਿਹੜੀ ਉਹ ਬਣ ਜਾਏਗੀ n ਉਹ ਕਹਿੰਦਾ ਉਹਦਾ ਐਂਡ 0 ਨਾ ਹੋਵੇਗਾ। ਤੁਸੀਂ ਕਹਿੰਦਾ ਚੈੱਕ ਕਰੋ ਕਿ 6 ਦੀ ਪਾਵਰ n ਦਾ ਅੰਤ ਜਿਹੜਾ ਆ ਕਦੀ 0 ਨਾ ਹੋਵੇਗਾ। n ਕੀ ਇੱਥੇ ਪ੍ਰਾਕ੍ਰਿਤਿਕ ਸੰਖਿਆ। ਠੀਕ ਹੈ ਬੇਟਾ, ਇਹਨੂੰ ਆਪਾਂ ਥੋੜ੍ਹਾ ਜਿਹਾ ਡਿਟੇਲ ਵਿੱਚ ਪੜ੍ਹੀਏ। ਜਿੱਦਾਂ ਮੰਨ ਲਓ जे मैं देखा 6 ਦੀ ਪਾਵਰ 2 6 ਦੀ ਪਾਵਰ 2 ਕਿੰਨਾ ਦਾ ਬੇਟਾ 36 6 ਦੀ ਪਾਵਰ ਬੇਟਾ 3 ਕਿੰਨਾ ਹੁੰਦਾ 6 ਦੀ ਪਾਵਰ 3 ਹੁੰਦਾ 6 ਗੁਣਾ 6 ਗੁਣਾ 6 6 ਛਿਕਾ 36 ਛਿਕਾ 216 ਇਹਦਾ ਵੀ ਐਂਡ ਬੇਟਾ 0 ਨਾ ਨਹੀਂ ਹੋਇਆ। ਇੱਦਾਂ ਹੀ ਕਹਿੰਦਾ ਜੇ ਮੈਂ 6 ਦੀ ਪਾਵਰ 4 ਕਰਕੇ ਦੇਖਾਂ 6 ਦੀ ਪਾਵਰ 5 6 ਦੀ ਪਾਵਰ 6 6 ਦੀ ਪਾਵਰ 7 ਇੱਦਾਂ ਮੈਂ 6 ਦੀ ਕਹਿੰਦਾ ਕਿਹੜੀ ਪਾਵਰ ਲਾਵਾਂ ਕਿ ਜਿਹੜਾ ਆਨਸਰ ਆ ਉਹਦੇ ਐਂਡ 'ਤੇ ਇੱਥੇ ਕੀ ਆ ਜਾਵੇ 0। ਠੀਕ ਹੈ, ਜਿਹਦੇ 'ਤੇ 6 ਆਇਆ ਇੱਥੇ 6 ਆਇਆ ਕੀ ਕਹਿੰਦਾ ਕੋਈ ਇੱਦਾਂ ਦਾ n ਹੈ n ਕੀ ਬੇਟਾ ਜਦੋਂ ਉੱਪਰ ਆਪਾਂ ਪ੍ਰਾਕ੍ਰਿਤਿਕ ਸੰਖਿਆ ਭਾਨੀਆਂ ਜਿੱਦਾਂ ਪਹਿਲਾਂ 2 1 ਭਰ ਕੇ ਦੇਖਿਆ 6 ਆ ਗਿਆ ਦੇਖੋ 6 ਦੀ ਪਾਵਰ ਕਿੰਨਾ ਹੁੰਦਾ 6। ਠੀਕ ਹੈ, 1 2 3 4 5 6 7 ਤੇ ਕਹਿੰਦਾ n ਦੀ ਥਾਂ 'ਤੇ ਕੀ ਭਰੀਏ ਕਿਹੜੀ ਪ੍ਰਾਕ੍ਰਿਤਿਕ ਸੰਖਿਆ ਭਰੀਏ ਕਿ ਜਿਹੜਾ ਉਹਦਾ ਆਨਸਰ ਆ ਉਹਦੇ ਐਂਡ 'ਤੇ ਇੱਥੇ ਕੀ ਆ ਜਾਵੇ 0। ਇੱਥੇ ਕਹਿੰਦਾ ਕੋਈ ਇੱਦਾਂ ਦਾ ਨੰਬਰ ਹੈਗਾ ਜੇ ਹੈਗਾ ਤਾਂ ਕਹਿੰਦਾ ਦੱਸੋ। ਜੇ ਆਪਾਂ 6 ਦੀ ਉਹਨੂੰ ਪਾਵਰ ਪਾ ਦਈਏ ਜਿੱਦਾਂ 6 ਦੀ ਪਾਵਰ ਇੱਥੇ ਉਹ ਨੰਬਰ ਲਿਖ ਦਈਏ ਠੀਕ ਆ ਅਤੇ ਉਹਦਾ ਆਨਸਰ ਕਿੰਨਾ ਆ ਜਾਵੇ ਐਂਡ 'ਤੇ ਇੱਥੇ 0 ਆ ਜਾਵੇ। ਠੀਕ ਹੈ, ਆਪਾਂ ਉਹ ਨੰਬਰ ਲੱਭਣਾ ਬੇਟਾ। ਕਹਿੰਦੇ ਚੈੱਕ ਕਰੋ ਇੱਦਾਂ ਦਾ ਕੋਈ ਨੰਬਰ ਹੈ ਕਿ ਨਹੀਂ ਹੈ। ਠੀਕ ਹੈ, ਇਹਦੇ ਲਈ ਬੇਟਾ ਆਪਾਂ ਨੂੰ ਪਹਿਲਾਂ ਇੱਕ ਸਾਡੇ ਕੋਲ ਥਿਊਰਮ ਆ ਫੰਡਾਮੈਂਟਲ ਥਿਊਰਮ ਆਫ ਅਰਿਥਮੈਟਿਕ। ਫੰਡਾਮੈਂਟਲ ਥਿਊਰਮ ਆਫ ਅਰਿਥਮੈਟਿਕ ਬੇਟਾ ਹੈ ਸਾਡੇ ਕੋਲ ਇਹ ਹੈ ਸਾਡੇ ਕੋਲ ਅੰਕ ਗਣਿਤ ਦੀ ਮੂਲਭੂਤ ਪ੍ਰਮੇय। ਅੰਕ ਗਣਿਤ ਦੀ ਮੂਲਭੂਤ ਪ੍ਰਮੇय ਕੀ ਹੈ ਜਿਹਨੂੰ ਆਪਾਂ ਫੰਡਾਮੈਂਟਲ ਥਿਊਰਮ ਆਫ ਅਰਿਥਮੈਟਿਕ ਆ
ਇਹ ਕੀ ਕਹਿੰਦਾ ਬੇਟਾ, ਇਹਦੇ ਵਿੱਚ ਹੈ ਕਿ ਕੋਈ ਵੀ ਸੰਖਿਆ ਜਿਹੜੀ ਆ, ਕੋਈ ਵੀ ਭਾਜ ਸੰਖਿਆ ਆ, ਉਹਨੂੰ ਆਪਾਂ ਕਹਿੰਦਾ ਅਭਾਜ ਗੁਣਨਖੰਡਾਂ ਦੇ ਗੁਣਨਫਲਾਂ ਦੇ ਰੂਪ ਵਿੱਚ ਲਿਖ ਸਕਦੇ ਹਾਂ। ਅਤੇ ਉਹ ਜਿਹੜੇ ਗੁਣਨਫਲ ਕਹਿੰਦੇ ਗੁਣਨਖੰਡ ਹੁੰਦੇ ਆ, ਉਹ ਕਹਿੰਦੇ ਯੂਨੀਕ ਹੁੰਦੇ ਆ, ਮਤਲਬ ਉਹਨੂੰ ਚੇਂਜ ਨਹੀਂ ਕੀਤੇ ਜਾ ਸਕਦੇ। ਠੀਕ ਹੈ, ਇਹਦੇ ਵਿੱਚ ਲਿਖਿਆ ਆ ਅੰਕਗਣਿਤ ਦੀ ਮੂਲਭੂਤ ਪ੍ਰਮੇय। ਬੇਟਾ ਇਹਦੇ ਵਿੱਚ ਸਾਡੇ ਕੋਲ ਇਸ ਤੋਂ ਬਾਅਦ ਹੈ ਸਾਡੇ ਕੋਲ ਪ੍ਰਮੇय 1.12। ਇਹਦੇ ਵਿੱਚ ਲਿਖਿਆ ਆ ਅੰਕਗਣਿਤ ਦੀ ਮੂਲ ਪ੍ਰਮੇय ਕੀ ਆ, ਹਰ ਇੱਕ ਭਾਜ ਸੰਖਿਆ, ਹਰੇਕ ਕੰਪੋਜ਼ਿਟ ਨੰਬਰ ਨੂੰ ਅਭਾਜ ਸੰਖਿਆਵਾਂ ਪ੍ਰਾਈਮ ਨੰਬਰਸ ਦੇ ਇੱਕ ਗੁਣਨਫਲ ਦੇ ਰੂਪ ਵਿੱਚ ਦਰਸਾਇਆ ਗੁਣਨਖੰਡਿਤ ਕੀਤਾ ਜਾ ਸਕਦਾ ਹੈ ਅਤੇ ਇਹ ਗੁਣਨਖੰਡਨ ਅਭਾਜ ਗੁਣਨਖੰਡਾਂ ਦੇ ਆਉਣ ਵਾਲੇ ਤਰਤੀਬ ਆਰਡਰ ਤੋਂ ਇਲਾਵਾ ਵਿਲੱਖਣ ਹੁੰਦਾ ਹੈ। ਮਤਲਬ ਕਿ ਕੋਈ ਵੀ ਕੰਪੋਜ਼ਿਟ ਨੰਬਰ ਆ, ਕੋਈ ਵੀ ਭਾਜ ਸੰਖਿਆ ਆ, ਉਹਨੂੰ ਆਪਾਂ ਕੀ ਕਰ ਸਕਦੇ ਹਾਂ, ਉਹਨੂੰ ਆਪਾਂ ਅਭਾਜ ਸੰਖਿਆਵਾਂ ਦੇ ਗੁਣਨਖੰਡਾਂ ਦੇ ਗੁਣਨਫਲਾਂ ਦੇ ਰੂਪ ਵਿੱਚ ਲਿਖ ਸਕਦੇ ਹਾਂ। ਅਤੇ ਕਹਿੰਦਾ ਇਹ ਜਿਹੜੇ ਆ ਗੁਣਨਫਲਾਂ ਦੇ ਰੂਪ ਵਿੱਚ ਜਿਹੜਾ ਆਪਾਂ ਲਿਖਿਆ ਆ, ਇਹ ਕਹਿੰਦਾ ਜਿਹੜੇ ਹੁੰਦਾ ਆਰਡਰ ਨੂੰ ਛੱਡ ਕੇ, ਇਹ ਜਿਹੜੀ ਤਰਤੀਬ ਨੂੰ ਛੱਡ ਕੇ, ਇਹ ਕੀ ਹੁੰਦਾ, ਇੱਕ ਵਿਲੱਖਣ ਹੁੰਦਾ ਹੈ। ਗੁਣਨਖੰਡਨ ਅਭਾਜ ਗੁਣਨਖੰਡਾਂ ਦੇ ਆਉਣ ਵਾਲੇ ਕ੍ਰਮ ਯਾਨੀ ਤਰਤੀਬ ਤੋਂ ਇਲਾਵਾ ਇਹ ਵਿਲੱਖਣ ਹੁੰਦਾ ਹੈ। ਇਹਦਾ ਬੇਟਾ ਕੀ ਮਤਲਬ ਉਹ ਆਪਾਂ ਸਮਝਦੇ ਹਾਂ। ਇਹਦਾ ਮਤਲਬ ਕੀ ਆ, ਦੇਖੋ ਮੰਨ ਲਓ ਸਾਡੇ ਕੋਲ ਕੋਈ ਨੰਬਰ ਆ 12 ਨੂੰ ਬੇਟਾ ਮੈਂ ਕਿੱਦਾਂ ਲਿਖ ਸਕਦਾ, 2 ਗੁਣਾ 2 ਗੁਣਾ 3। ਠੀਕ ਹੈ, 12 ਨੂੰ ਮੈਂ ਕੀ ਕੀਤਾ, 12 ਨੂੰ ਮੈਂ ਅਭਾਜ ਗੁਣਨਖੰਡਾਂ ਦੇ ਗੁਣਨਫਲਾਂ ਦੇ ਰੂਪ ਵਿੱਚ ਲਿਖ ਦਿੱਤਾ। 12 ਨੂੰ ਮੈਂ ਲਿਖਤਾ 2 ਗੁਣਾ 2 ਗੁਣਾ 3। ਠੀਕ ਹੈ, ਉਹ ਕੀ ਕਹਿ ਰਿਹਾ ਕਿ ਕੋਈ ਵੀ ਭਾਜ ਸੰਖਿਆ ਆ, ਬੇਟਾ ਸਾਡੇ ਕੋਲ ਭਾਜ ਸੰਖਿਆ ਆ ਇਹਦੇ ਅਭਾਜ ਗੁਣਨਖੰਡਾਂ। 12 ਨੂੰ ਕਹਿੰਦਾ ਆਪਾਂ ਇੱਦਾਂ ਲਿਖ ਦਿੱਤਾ, ਕਹਿੰਦੇ ਜਿਹੜੇ ਇਹਦੇ ਵਿੱਚ ਅਭਾਜ ਸੰਖਿਆਵਾਂ ਆਈਆਂ 2 2 ਅਤੇ 3, 12 ਦੀ ਅਭਾਜ ਗੁਣਨਖੰਡ ਵਿੱਚ ਜਿਹੜੀਆਂ ਇਹ ਭਾਜ ਸੰਖਿਆਵਾਂ ਆ, ਕਹਿੰਦਾ ਉਹ ਇਹੀ ਰਹਿਣੀਆਂ। ਹਾਂ, ਜਿਹੜਾ ਆਰਡਰ ਆ, ਆਰਡਰ ਚੇਂਜ ਹੋ ਸਕਦਾ। ਆਰਡਰ ਜਿੱਦਾਂ ਮਤਲਬ ਮੈਂ 3 ਨੂੰ ਪਹਿਲਾਂ ਲਿਖ ਸਕਦਾ, 2 ਨੂੰ ਪਿੱਛੇ ਲਿਖ ਸਕਦਾ। ਆਰਡਰ ਇੱਧਰ ਉੱਧਰ ਹੋ ਸਕਦਾ, ਤਰਤੀਬ ਜਿਹਨੂੰ ਉਹਨੇ ਕਿਹਾ, ਤਰਤੀਬ ਨੂੰ ਛੱਡ ਕੇ ਤਰਤੀਬ ਚੇਂਜ ਹੋ ਸਕਦੀ ਆ। ਪਰ ਕਹਿੰਦੇ ਜਿਹੜਾ ਯੂਨੀਕ ਫੈਕਟਰ, ਜਿਹੜੇ ਫੈਕਟਰਾਈਜੇਸ਼ਨ ਆ ਜਿਹੜੇ ਅਭਾਜ ਸੰਖਿਆਵਾਂ ਦਾ ਗੁਣਨਖੰਡ ਆ, ਇਹ ਕਹਿੰਦਾ ਗੁਣਨਫਲ ਆ, ਇਹ ਯੂਨੀਕ ਰਹਿਣਾ, ਮਤਲਬ ਇੱਦਾਂ ਹੀ ਰਹਿਣਾ। ਮਤਲਬ ਜੇ 12 ਦੇ ਪ੍ਰਾਈਮ ਭਾਜ ਸੰਖਿਆਵਾਂ ਵਿੱਚ 2 2 3 ਆਉਂਦਾ ਤਾਂ 2 2 3 ਹੀ ਰਹਿਣਾ। ਇੱਦਾਂ ਵੀ ਇਹਨੂੰ ਮੈਂ ਲਿਖ ਸਕਦਾ 2 ਗੁਣਾ 3 ਗੁਣਾ 2, ਇੱਧਰ ਉੱਧਰ ਹੋ ਸਕਦੇ ਆ, ਆਰਡਰ ਇੱਧਰ ਉੱਧਰ ਹੋ ਸਕਦਾ। ਪਰ ਜਿਹੜੇ ਗੁਣਨਖੰਡ ਆ ਉਹ ਇੱਦਾਂ ਹੀ ਰਹਿਣੇ ਆ, 2 ਰਹਿਣਾ ਇਹ 'ਚ, 3 ਰਹਿਣਾ ਇਹ 'ਚ ਅਤੇ 2 ਰਹਿਣਾ। ਮਤਲਬ 12 ਦੇ ਭਾਜ ਗੁਣਨਖੰਡ ਵਿੱਚ ਜੇ 2 ਜਾਂ 3 ਆਉਂਦੇ ਆ ਤਾਂ ਕਹਿੰਦਾ 2 ਜਾਂ 3 ਹੀ ਆਉਣੇ ਆ। ਠੀਕ ਹੈ, ਇੱਦਾਂ ਨਹੀਂ ਹੋ ਸਕਦਾ ਇਹਦੇ ਵਿੱਚ ਤੁਹਾਡੇ ਕੋਲ 5 ਆ ਜਾਏਗਾ ਕਿਤੇ, ਕਿਉਂਕਿ 12 ਦੇ ਭਾਜ ਗੁਣਨਖੰਡ ਵਿੱਚ 5 ਆ ਨਹੀਂ ਸਕਦਾ। ਇੱਦਾਂ ਇੱਕ ਹੋਰ ਐਗਜ਼ਾਮਪਲ ਲਈਏ, ਜੇ ਮੈਂ 15 ਦੀ ਐਗਜ਼ਾਮਪਲ ਲਵਾਂ, 15 ਦੇ ਅਭਾਜ ਗੁਣਨਖੰਡ ਕੀ ਬਣਨੇ ਬੇਟਾ, 15 ਗੁਣਾ 3। ਠੀਕ ਹੈ, ਇਹਨੂੰ ਕਹਿੰਦਾ ਇਹਦੇ ਅਭਾਜ ਗੁਣਨਖੰਡ ਜਿਹੜੇ ਆ, ਜੇ ਆਪਾਂ ਆਰਡਰ ਨੂੰ ਛੱਡ ਦਈਏ, ਇਹਨੂੰ ਮੈਂ 5 ਗੁਣਾ 3 ਨੂੰ 3 ਗੁਣਾ 5 ਲਿਖ ਸਕਦਾ। ਪਰ ਆਉਣਾ ਬੇਟਾ ਇਹਦੇ ਵਿੱਚ 3 ਅਤੇ 5 ਹੀ ਆ, ਇਹਦੇ ਵਿੱਚ 2 ਨਹੀਂ ਆ ਸਕਦਾ। ਠੀਕ ਹੈ, ਸੋ ਇਹ ਕਹਿ ਰਿਹਾ ਕਿ ਫੰਡਾਮੈਂਟਲ ਥਿਊਰਮ ਅਰਿਥਮੈਟਿਕ ਕੀ ਆ, ਕੋਈ ਵੀ ਭਾਜ ਸੰਖਿਆ ਆ, ਉਹਦੇ ਅਭਾਜ ਗੁਣਨਖੰਡਾਂ, ਉਹਨੂੰ ਆਪਾਂ ਭਾਜ ਗੁਣਨਖੰਡਾਂ ਦੇ ਗੁਣਨਫਲਾਂ ਦੇ ਰੂਪ ਵਿੱਚ ਲਿਖ ਸਕਦੇ ਹਾਂ। ਇਹ ਜਿਹੜੀ ਆਪਾਂ ਲਿਖਿਆ ਇੱਦਾਂ, ਇਹ ਕਹਿੰਦਾ ਯੂਨੀਕ ਹੁੰਦਾ ਆ, ਮਤਲਬ ਇੱਕੋ ਹੀ ਤਰ੍ਹਾਂ ਲਿਖ ਸਕਦੇ ਹਾਂ ਆਪਾਂ, ਯਾਨੀ ਇਹ 'ਚ 5 ਅਤੇ 3 ਆਉਂਦਾ ਅਤੇ 5 ਅਤੇ 3 ਨਹੀਂ ਆਉਣਾ। ਠੀਕ ਹੈ, ਇਹ 'ਚ ਕੋਈ ਹੋਰ ਨੰਬਰ 7 ਨਹੀਂ ਆ ਸਕਦਾ, ਕਿਉਂਕਿ 15 ਦੇ ਭਾਜ ਗੁਣਨਖੰਡ ਵਿੱਚ 5 ਅਤੇ 3 ਅਤੇ 5 ਅਤੇ 3 ਨਹੀਂ ਆਉਣਾ, 7 ਨਹੀਂ ਆਉਣਾ। ਠੀਕ ਹੈ, ਹਾਂ ਇੱਦਾਂ ਹੋ ਸਕਦਾ, ਇਹਦਾ ਆਪਾਂ ਆਰਡਰ ਚੇਂਜ ਕਰ ਸਕਦੇ ਹਾਂ। ਜੇ 5 ਗੁਣਾ 3 ਲਿਖਿਆ ਤਾਂ 3 ਗੁਣਾ 5 ਆਪਾਂ ਲਿਖ ਸਕਦੇ ਹਾਂ। ਪਰ ਜਿਹੜੀ ਫੈਕਟਰਾਈਜੇਸ਼ਨ ਆ, ਜਿਹੜੇ ਅਭਾਜ ਗੁਣਨਖੰਡ ਆ, ਉਹ ਇੰਨੇ ਹੀ ਰਹਿਣੇ ਆ, 3 5 ਆ ਅਤੇ 5 3 ਹੀ ਰਹਿਣੇ ਆ, 5 3 ਜਾਂ 3 5 ਹੀ ਰਹਿਣੇ ਆ। ਉਹਦੇ ਵਿੱਚ 7 ਨਹੀਂ ਕਿਤੇ ਆ ਸਕਦਾ, 8 ਨਹੀਂ ਕਿਤੇ ਆ ਸਕਦਾ। ਠੀਕ ਹੈ ਬੇਟਾ, ਇਹ ਆ ਫੰਡਾਮੈਂਟਲ ਥਿਊਰਮ ਆਫ ਅਰਿਥਮੈਟਿਕ। ਹੁਣ ਬੇਟਾ ਆਪਾਂ ਇਹਦੇ ਨਾਲ ਦਾ ਇੱਕ ਕੁਐਸਚਨ ਕਰਦੇ ਹਾਂ, ਜਿਹੜਾ ਅਗਲਾ ਸਾਡੇ ਕੋਲ ਇਹਦੇ ਨਾਲ ਦੀ ਬੇਟਾ ਸਾਡੇ ਕੋਲ ਇੱਕ ਐਗਜ਼ਾਮਪਲ ਵੀ ਹੈ, ਉਦਾਹਰਨ 5 ਆ, ਜਿਹਦੇ ਵਿੱਚ ਸੰਖਿਆਵਾਂ 4 ਦੀ ਪਾਵਰ n 'ਤੇ ਵਿਚਾਰ ਕਰੋ, ਜਿੱਥੇ n ਇੱਕ ਪ੍ਰਾਕ੍ਰਿਤਿਕ ਸੰਖਿਆ ਹੈ। ਜਾਂਚ ਕਰੋ ਕਿ n ਦੀ ਕੋਈ ਇਸ ਤਰ੍ਹਾਂ ਦਾ ਮੁੱਲ ਹੈ ਜਿਸ ਨਾਲ 4 ਦੀ ਪਾਵਰ n ਅੰਕ 0 ਨਾਲ ਸਮਾਪਤ ਹੁੰਦਾ ਹੋਵੇ। ਬਿਲਕੁਲ ਇਹਦੇ ਵਾਂਗੂ ਹੀ ਆਪਾਂ ਕੁਐਸਚਨ ਕਰਨਾ ਆ। ਇਹਦੇ ਵਿੱਚ ਕਿਉਂ ਨਹੀਂ ਕਿਹਾ, ਜੇਕਰ ਕਿਸੇ n ਦੀ ਸੰਖਿਆ ਵਾਲੇ ਮੰਨ ਲਓ ਕਿ 4 ਦੀ ਪਾਵਰ n ਦਾ ਅੰਤ ਜਿਹੜਾ ਆ ਉਹ 0 ਨਾਲ ਹੋ ਜਾਂਦਾ। ਠੀਕ ਹੈ, ਜੇ ਆਪਾਂ ਕਹਿੰਦਾ ਵੀ 0 ਨਾਲ ਹੋ ਜਾਂਦਾ ਤਾਂ 5 ਨਾਲ ਭਾਜਯੋਗ ਹੋਵੇਗੀ। ਠੀਕ ਹੈ ਨਾ, ਅਤੇ ਜੇ 4 ਦੀ ਪਾਵਰ n ਦੇ ਅਭਾਜ ਗੁਣਨਖੰਡ, ਫਿਰ ਆਪਾਂ 4 ਦੀ ਪਾਵਰ n ਦੇ ਅਭਾਜ ਗੁਣਨਖੰਡ ਕਰੀਏ ਤਾਂ ਉਹਦੇ ਵਿੱਚ ਵੀ 5 ਆਊਗਾ। ਇਹ ਸੰਭਵ ਨਹੀਂ ਹੈ, ਕਿਉਂਕਿ 4 ਦੀ ਪਾਵਰ n ਕੀ ਆ, 4 ਦੀ ਪਾਵਰ n ਨੂੰ ਆਪਾਂ ਇੱਦਾਂ ਲਿਖ ਸਕਦੇ ਹਾਂ 2 ਦੀ ਪਾਵਰ 2n। ਠੀਕ ਹੈ, ਤਾਂ ਇਸ ਲਈ 4 ਦੀ ਪਾਵਰ n ਦੇ ਗੁਣਨਖੰਡਨ ਵਿੱਚ ਕੇਵਲ ਅਭਾਜ ਸੰਖਿਆਵਾਂ 2 ਹੀ ਆ ਸਕਦੀ ਹੈ। ਅੰਕਗਣਿਤ ਦੇ ਮੂਲ ਪ੍ਰਮੇय ਦੀ ਵਿਲੱਖਣਤਾ ਅਨੁਸਾਰ ਸਾਨੂੰ ਇਹ ਯਕੀਨ ਦਿਵਾਉਂਦੀ ਹੈ ਕਿ 4 ਦੀ ਪਾਵਰ n ਦੇ ਗੁਣਨਖੰਡ ਵਿੱਚ 2 ਤੋਂ ਇਲਾਵਾ ਹੋਰ ਕੋਈ ਅਭਾਜ ਗੁਣਨਖੰਡ ਨਹੀਂ ਆ ਸਕਦਾ। ਇਸ ਲਈ ਇਸ ਤਰ੍ਹਾਂ ਦੀ ਕੋਈ ਸੰਖਿਆ n ਨਹੀਂ ਹੈ ਜਿਸ ਦੇ ਲਈ 4 ਦੀ ਪਾਵਰ n ਅੰਕ 0 ਨਾਲ ਸਮਾਪਤ ਹੋਵੇਗਾ। ਇਹਦੇ ਵਿੱਚ ਕੀ ਬੇਟਾ ਨੇ ਕਿਹਾ ਆ, ਇਹਦੇ ਵਿੱਚ ਉਹਨੇ ਕਿਹਾ ਕਿ ਮੰਨ ਲਓ ਕਿ ਜਿਹੜੀ 4 ਦੀ ਪਾਵਰ n ਆ, ਉਹਦਾ ਅੰਤ ਜੇ 0 ਨਾਲ ਹੁੰਦਾ ਆ। ਜੇ 4 ਦੀ ਪਾਵਰ n ਦਾ ਬੇਟਾ ਅੰਤ 0 ਨਾਲ ਹੁੰਦਾ ਆ
तो ਇਹਦਾ ਕੀ ਮਤਲਬ ਹੋਏਗਾ ਜੇ ਕਿਸੇ ਦਾ ਐਂਡ 0 ਨਾ ਹੁੰਦਾ ਕਿਸੇ ਨੰਬਰ ਦਾ ਐਂਡ 0 ਨਾਲ ਹੁੰਦਾ ਆ ਤਾਂ ਇਹ ਤੋਂ ਸਾਨੂੰ ਇਹ ਪਤਾ ਲੱਗਦਾ ਕਿ ਉਹਦਾ ਇੱਕ ਗੁਣਨਖੰਡ 5 ਹੋਵੇਗਾ ਕਿਉਂਕਿ ਜੇ ਕਿਸੇ ਦਾ ਐਂਡ 0 ਨਾਲ ਹੁੰਦਾ ਆ ਤਾਂ 5 ਨਾਲ ਡਿਵਾਈਡ ਹੁੰਦਾ ਹੈ ਇਹਦਾ ਮਤਲਬ ਕਿ ਉਹਦਾ ਇੱਕ ਗੁਣਨਖੰਡ ਕੀ ਹੋਏਗਾ 5 ਪਰੰਤੂ ਜਦੋਂ ਆਪਾਂ 4 ਦੀ ਪਾਵਰ n ਦੀ ਅਭਾਜ ਗੁਣਨਖੰਡ ਬਣਾਉਂਦੇ ਆ ਉਹ ਹੁੰਦਾ 2 ਦੀ ਪਾਵਰ 2n ਠੀਕ ਹੈ 4 ਨੂੰ ਆਪਾਂ 2 ਗੁਣਾ 2 ਹੀ ਲਿਖ ਸਕਦੇ ਹਾਂ 5 ਤਾਂ ਆਉਂਦਾ ਨਹੀਂ ਠੀਕ ਹੈ ਤੋ ਇਸ ਲਈ ਆਪਾਂ ਜਿਹੜੀ ਆਪਾਂ ਹੁਣੇ ਥਿਊਰਮ ਪੜ੍ਹੀ ਆ ਫੰਡਾਮੈਂਟਲ ਥਿਊਰਮ ਆਫ ਅਰਿਥਮੈਟਿਕ ਉਹ ਕੀ ਕਹਿੰਦੀ ਆ ਕਿ ਕਿਸੇ ਵੀ ਨੰਬਰ ਨੂੰ ਆਪਾਂ ਯੂਨੀਕ ਫੈਕਟਰਾਈਜੇਸ਼ਨ ਹੀ ਉਹਦੀ ਕਰ ਸਕਦੇ ਹਾਂ ਠੀਕ ਹੈ ਉਹਦੀ ਜਿਹੜੀ ਫੈਕਟਰਾਈਜੇਸ਼ਨ ਵਿੱਚ ਜੇ 2 ਹੁੰਦਾ ਤਾਂ 2 ਹੀ ਆਏਗਾ 5 ਨਹੀਂ ਆਉਣਾ ਠੀਕ ਹੈ ਪਰ ਜੇ ਆਪਾਂ ਇਹਦਾ ਐਂਡ 0 ਨਾ ਮੰਨ ਲੈਂਦੇ ਹਾਂ ਉਹ ਤੋਂ ਪਤਾ ਲੱਗਦਾ ਕਿ ਇਹਦਾ ਐਂਡ ਇਹਦੇ ਵਿੱਚ 5 ਆਵੇਗਾ ਇਹਦੀ ਪ੍ਰਾਈਮ ਫੈਕਟਰਾਈਜੇਸ਼ਨ 'ਚ ਠੀਕ ਹੈ ਜੋ ਕਿ ਪੋਸੀਬਲ ਨਹੀਂ ਹੈ ਠੀਕ ਹੈ ਤਾਂ ਆਪਾਂ ਇਸ ਕਹਿ ਦੇਵਾਂਗੇ ਕਿ ਜੋ ਆਪਾਂ ਮੰਨਿਆ ਸੀਗਾ ਉਹ ਗਲਤ ਹੈ ਯਾਨੀ 4 ਦੀ ਪਾਵਰ n ਦਾ ਜਿਹੜਾ ਐਂਡ ਵਾ ਉਹ ਕਦੀ ਵੀ 0 ਨਾਲ ਨਹੀਂ ਹੁੰਦਾ ਕਿਉਂਕਿ ਜੇ 0 ਨਾ ਹੋਵੇਗਾ ਤਾਂ ਫਿਰ ਕੀ ਹੋਵੇਗਾ ਉਹਦਾ ਇੱਕ ਗੁਣਨਖੰਡ 5 ਹੋਵੇਗਾ ਅਤੇ 5 ਤਾਂ 4 ਦੀ ਪਾਵਰ n ਦੀ ਵਿੱਚ ਆਉਂਦਾ ਹੀ ਨਹੀਂ ਠੀਕ ਹੈ ਇਸੇ ਤਰ੍ਹਾਂ ਬੇਟਾ ਆਪਾਂ ਹੁਣ ਇਹ 6 ਦੀ ਪਾਵਰ n ਵਾਲਾ ਕੁਐਸਚਨ ਕਰਨਾ 6 ਦੀ ਪਾਵਰ n ਜਿਹੜਾ ਆਪਾਂ ਕੋ ਕੁਐਸਚਨ ਅਗਲਾ ਫਿਫਥ ਕੁਐਸਚਨ ਵਿੱਚ ਕੀ ਆ ਆਪਾਂ ਮੰਨ ਲੈਣਾ ਆਪਾਂ ਕਹਿਣਾ ਮੰਨ ਲਓ 6 ਦੀ ਪਾਵਰ n ਦਾ ਜਿਹੜਾ ਆ ਐਂਡ ਵਾ ਉਹ ਕਿਹਦੇ ਨਾਲ ਹੁੰਦਾ ਆ ਸਿਫਰ ਨਾਲ ਬਿਲਕੁਲ ਉੱਦਾਂ ਹੀ ਬੇਟਾ ਸਟੇਟਮੈਂਟ ਤੁਸੀਂ ਲਿਖ ਲੈਣੀ ਹੈ ਬਸ ਥੋੜ੍ਹਾ ਜਿਹਾ ਮੈਂ ਚੇਂਜ ਹੀ ਕਰਨਾ 6 ਦੀ ਪਾਵਰ n ਦਾ ਮੰਨ ਲਓ ਐਂਡ ਕਿੰਨਾ ਹੁੰਦਾ 0 ਨਾਲ ਜੇ ਇਹਦਾ ਐਂਡ 0 ਨਾਲ ਹੁੰਦਾ ਬੇਟਾ ਜੇ ਕਿਸੇ ਨੰਬਰ ਦਾ ਐਂਡ 0 ਨਾ ਹੋਵੇ ਤਾਂ ਸਾਨੂੰ ਪਤਾ ਲੱਗ ਜਾਂਦਾ ਉਹਦਾ ਇੱਕ ਗੁਣਨਖੰਡ ਕੀ ਹੋਏਗਾ 5 ਠੀਕ ਹੈ ਉਹਦਾ ਗੁਣਨਖੰਡ ਹੋਏਗਾ 5 ਜਿੱਦਾਂ ਮੰਨ ਲਓ ਆ 10 ਆ 10 ਦਾ ਐਂਡ 0 ਨਾ ਹੁੰਦਾ ਇਹਦੀ ਜੇ ਮੈਂ ਪ੍ਰਾਈਮ ਫੈਕਟਰਾਈਜੇਸ਼ਨ ਕਰਾਂ ਇਹਦੀ ਪ੍ਰਾਈਮ ਫੈਕਟਰਾਈਜੇਸ਼ਨ 2 ਗੁਣਾ 5 ਯਾਨੀ 10 ਦੀ ਪ੍ਰਾਈਮ ਫੈਕਟਰਾਈਜੇਸ਼ਨ ਕੀ ਆ ਗਿਆ 5 ਆ ਗਿਆ ਦੇਖੋ ਠੀਕ ਹੈ ਇੱਦਾਂ ਹੀ ਜੇ ਮੰਨ ਲਓ 6 ਦੀ ਪਾਵਰ n ਦਾ ਐਂਡ 0 ਨਾਲ ਹੁੰਦਾ ਤਾਂ ਇਹਦੀ ਪ੍ਰਾਈਮ ਫੈਕਟਰਾਈਜੇਸ਼ਨ 'ਚ ਕੀ ਹੋਏਗਾ 5 ਬਟ 6 ਨੂੰ ਆਪਾਂ ਕਿੱਦਾਂ ਲਿਖ ਸਕਦੇ ਹਾਂ 2 ਗੁਣਾ 3 6 ਦੀ ਪ੍ਰਾਈਮ ਫੈਕਟਰਾਈਜੇਸ਼ਨ ਤਾਂ 2 ਗੁਣਾ 3 ਆ ਠੀਕ ਹੈ ਇਹਦਾ ਮਤਲਬ 6 ਦੀ ਪਾਵਰ n ਦੀ ਪ੍ਰਾਈਮ ਫੈਕਟਰਾਈਜੇਸ਼ਨ 'ਚ ਕੀ ਆਏਗਾ 2 ਤੇ 3 ਆਏਗਾ ਠੀਕ ਹੈ 2 ਤੇ 3 ਆਏਗਾ ਇਹਦੇ ਵਿੱਚ 5 ਤਾਂ ਆਉਂਦਾ ਹੀ ਨਹੀਂ ਫੰਡਾਮੈਂਟਲ ਥਿਊਰਮ ਆਫ ਅਰਿਥਮੈਟਿਕ ਕੀ ਕਹਿੰਦੀ ਜਿਹੜੀ ਆਪਾਂ ਹੁਣੇ ਪੜ੍ਹਿਆ ਸੀ ਅੰਕਗਣਿਤ ਦਾ ਮੂਲਭੂਤ ਪ੍ਰਮੇਯ ਉਹ ਕੀ ਕਹਿੰਦਾ ਆ ਕਿ ਜੇ ਕਿਸੇ ਅਭਾਜ ਸੰਖਿਆ ਦੀ ਅਭਾਜ ਆ ਜੇ ਕਿਸੇ ਭਾਜ ਸੰਖਿਆ ਦੀ ਪ੍ਰਾਈਮ ਫੈਕਟਰਾਈਜੇਸ਼ਨ ਗੁਣਨਖੰਡ ਵਿੱਚ ਜੇ 2 ਜਾਂ 3 ਆਉਂਦਾ ਆ ਤਾਂ 2 3 ਹੀ ਆਵੇਗਾ 5 ਨਹੀਂ ਆ ਸਕਦਾ ਠੀਕ ਹੈ ਪਰ ਜੇ ਇਹਦਾ ਐਂਡ ਆਪਾਂ 0 ਨਾ ਮੰਨਿਆ ਤੇ 'ਚ 5 ਆਉਣਾ ਚਾਹੀਦਾ ਇਹ 'ਚ ਤਾਂ ਆਇਆ ਹੀ ਨਹੀਂ ਠੀਕ ਹੈ ਜੇ ਨਹੀਂ ਆਇਆ ਇਹਦਾ ਮਤਲਬ ਕਿ ਆ ਜਿਹੜਾ 6 ਦੀ ਪਾਵਰ n ਵਾ ਇਹਦਾ ਐਂਡ ਫਿਰ 0 ਨਾਲ ਨਹੀਂ ਹੋਵੇਗਾ ਕਿਉਂਕਿ ਜੇ 0 ਨਾ ਹੁੰਦਾ ਤੇ 'ਚ 5 ਆਉਣਾ ਚਾਹੀਦਾ ਸੀ 5 ਇਹ 'ਚ ਆਇਆ ਨਹੀਂ ਠੀਕ ਹੈ ਤੇ ਇਸ ਲਈ ਆਪਾਂ ਕਵਾਂਗੇ ਕਿ ਜਿਹੜਾ ਅਸੀਂ ਮੰਨਿਆ ਸੀ ਕਿ ਆਪਾਂ ਮੰਨਿਆ ਸੀ ਕਿ ਮੰਨ ਲਓ 6 ਦੀ ਪਾਵਰ n ਦਾ ਐਂਡ ਕਿੰਨਾ ਹੁੰਦਾ 0 ਨਾਲ ਉਹ ਗਲਤ ਹੈ ਠੀਕ ਹੈ ਉਹ ਗਲਤ ਹੈ ਯਾਨੀ ਇੱਦਾਂ ਦਾ ਕੋਈ ਪ੍ਰਾਕ੍ਰਿਤਿਕ ਸੰਖਿਆ ਨਹੀਂ ਹੈ ਜਿਹੜੀ ਆਪਾਂ 6 ਦੀ ਇੱਥੇ ਪਾਵਰ ਪਾ ਦਈਏ ਤੇ ਇਹਦਾ ਐਂਡ ਕਿਹਦੇ ਨਾਲ ਹੋ ਜਾਏਗਾ 0 ਨਾਲ ਠੀਕ ਹੈ ਤਾਂ ਆਪਾਂ ਕਵਾਂਗੇ ਅਜਿਹਾ ਕੋਈ ਪ੍ਰਾਕ੍ਰਿਤਿਕ ਸੰਖਿਆ ਨਹੀਂ ਹੈ ਜਿਸ ਨਾਲ ਕਿ 6 ਦੀ ਪਾਵਰ n ਦਾ ਐਂਡ 0 ਨਾਲ ਹੋਵੇ ਕਿਉਂ ਨਹੀਂ ਹੈ ਕਿਉਂਕਿ ਜੇ 6 ਦੀ ਪਾਵਰ n ਦਾ ਐਂਡ 0 ਨਾਲ ਹੁੰਦਾ ਤਾਂ ਕੀ ਹੋਣਾ ਸੀ ਇਹਦੀ ਪ੍ਰਾਈਮ ਫੈਕਟਰਾਈਜੇਸ਼ਨ ਵਿੱਚ 5 ਹੋਣਾ ਸੀ ਪਰ ਇਹਦੀ ਪ੍ਰਾਈਮ ਫੈਕਟਰਾਈਜੇਸ਼ਨ ਤਾਂ 2 ਤਾਂ 3 ਆਉਂਦਾ ਇਕੱਲਾ 5 ਤਾਂ ਆਉਂਦਾ ਹੀ ਨਹੀਂ ਠੀਕ ਹੈ ਇਸ ਲਈ ਜਿਹੜਾ ਅੰਕਗਣਿਤ ਦਾ ਮੂਲਭੂਤ ਪ੍ਰਮੇਯ ਆ ਉਹਦੇ ਹਿਸਾਬ ਦੇ ਨਾਲ ਕਿ ਜਿਹੜਾ 6 ਆ ਉਹਦੀ ਪਾਵਰ n ਦਾ ਐਂਡ ਜਿਹੜਾ ਉਹ 0 ਨਾਲ ਨਹੀਂ ਹੋਏਗਾ ਠੀਕ ਹੈ ਬੇਟਾ ਸੋ ਆਪਾਂ ਇਹਦੇ ਵਿੱਚ ਜਿੱਦਾਂ ਬਿਲਕੁਲ ਸਟੇਟਮੈਂਟ ਉਹਦੇ ਉਦਾਹਰਨ ਵਿੱਚ ਲਿਖੀ ਹੈ ਬਿਲਕੁਲ ਆਪਾਂ ਉੱਦਾਂ ਹੀ ਲਿਖ ਲੈਣੀ ਹੈ ਵਰਡਿੰਗ ਠੀਕ ਹੈ ਤੇ ਉਹਦੇ ਹਿਸਾਬ ਨਾਲ ਆਪਾਂ ਇਹ ਕਰ ਦੇਣਾ ਠੀਕ ਹੈ ਬੇਟਾ ਕੁਐਸਚਨ ਅੱਗੇ ਬੇਟਾ ਸਾਡੇ ਕੋਲ ਨੈਕਸਟ ਕੁਐਸਚਨ ਹੁਣ ਬੇਟਾ ਆਪਾਂ ਦੇਖੀਏ 6 ਕੁਐਸਚਨ ਵਿੱਚ ਉਹਨੇ ਕਿਹਾ ਸਾਡੇ ਕੋਲ 6 ਨੇ ਕਿਹਾ ਹੈ ਵਿਆਖਿਆ ਕਰੋ ਕਿ 7 ਗੁਣਾ 11 ਗੁਣਾ 13 ਜਮ੍ਹਾਂ 13 ਅਤੇ 7 ਗੁਣਾ 6 ਗੁਣਾ 5 ਗੁਣਾ 4 ਗੁਣਾ 3 ਗੁਣਾ 2 ਗੁਣਾ 1 ਜਮ੍ਹਾਂ 5 ਭਾਜ ਸੰਖਿਆਵਾਂ ਕਿਉਂ ਹਨ ਆਪਾਂ ਇਹ ਪ੍ਰੂਵ ਕਰਨਾ ਕਿ ਆ ਜਿਹੜਾ ਆ ਇਹਨਾਂ ਨੂੰ ਜੋ ਆਇਆ ਆਨਸਰ ਇਹਨਾਂ ਦਾ ਜੋ ਆਨਸਰ ਆਇਆ ਇਹ ਕਹਿੰਦਾ ਇੱਕ ਭਾਜ ਸੰਖਿਆ ਭਾਜ ਆਪਾਂ ਇਹ ਪ੍ਰੂਵ ਕਰਨਾ ਤੇ ਇਹਨੂੰ ਬੇਟਾ ਕਿੱਦਾਂ ਕਰਾਂਗੇ ਜੇ ਤਾਂ ਆਪਾਂ ਇਹਨੂੰ ਸੋਲਵ ਕਰ ਲਾਂਗੇ ਪਹਿਲਾਂ ਜੇ ਆਪਾਂ ਇਹਨੂੰ ਅਭਾਜ ਗੁਣਨਖੰਡਾਂ ਦੇ ਗੁਣਨਫਲਾਂ ਦੇ ਰੂਪ ਵਿੱਚ ਲਿਖ ਸਕਦੇ ਹਾਂ ਤਾਂ ਇਹ ਭਾਜ ਹੋਏਗੀ ਤੇ ਜੇ ਨਹੀਂ ਲਿਖ ਸਕਦੇ ਇਹ ਤਾਂ ਅਭਾਜ ਹੋਏਗੀ ਠੀਕ ਹੈ ਨਾ ਅਭਾਜ ਹੋਏਗੀ ਹੁਣ ਜਿੱਦਾਂ ਆ 7 ਗੁਣਾ 11 ਗੁਣਾ 13 ਜਮ੍ਹਾਂ 13 ਨਾ ਪਹਿਲਾਂ ਆਪਾਂ ਦੇਖੋ ਇਹਨਾਂ ਤਿੰਨਾਂ 'ਚ ਮਲਟੀਪਲਾਈ ਪਾਇਆ ਗੁਣਾ ਪਾਇਆ ਨਾ ਇਹਨਾਂ ਤਿੰਨਾਂ ਨੂੰ ਬੇਟਾ ਆਪਾਂ ਗੁਣਾ ਕਰ ਲੈਣਾ ਠੀਕ ਹੈ 11 13 143 ਤੇ ਉਹਨੂੰ ਆਪਾਂ 7 ਨਾਲ ਗੁਣਾ ਕਰ ਲਈਏ ਇਹ ਸਾਡੇ ਕੋਲ ਬੇਟਾ ਆ ਜਾਣਾ ਆ 1001 ਠੀਕ ਹੈ ਪਲੱਸ ਆ 13 ਇਹਨਾਂ ਨੂੰ ਬੇਟਾ ਜੋੜ ਕੇ ਕਿੰਨਾ ਆ ਗਿਆ ਸਾਡੇ ਕੋਲ 1014 ਠੀਕ ਹੈ ਯਾਨੀ ਜਿਹੜਾ ਨੰਬਰ ਦਿੱਤਾ ਸੀ ਇਹਦਾ ਆਨਸਰ ਕੀ ਹੈ ਸਾਡੇ ਕੋਲ 1014 ਆਪਾਂ ਇਹ ਦੇਖਣਾ ਕਿ 1014 ਅਭਾਜ ਸੰਖਿਆ ਆ ਕਿ ਭਾਜ ਆ ਅਭਾਜ ਆ ਕਿ ਭਾਜ ਕਹਿੰਦਾ ਉਹ ਕਹਿੰਦਾ ਕਿ 1014 ਜਿਹੜਾ ਭਾਜ ਕਿਉਂ ਹੈ ਯਾਨੀ ਹੈਗੀ ਤੇ ਭਾਜ ਆ ਕਹਿੰਦਾ ਕਿਉਂ ਆ ਦੱਸੋ ਆਪਾਂ ਕੀ ਕਰਨਾ ਬੇਟਾ ਆਪਾਂ ਇਹਦਾ ਅਭਾਜ ਗੁਣਨਖੰਡ ਬਣਾ ਦੇਣੇ ਆ 2 ਤੇ ਕੀਤਾ ਭਾਜ ਸੰਖਿਆ ਵਨ ਕਰਨਾ ਬੇਟਾ 2 5 10
ठीक है। आ एक नहीं जाता, देखो जो नहीं जाता तो जीरो लाई दिया, एक कला नहीं जाता मैं ना, जीरो लानी आ, 2 7 14, ठीक है। इस तो बाद बेटा हम आप 3 ते करके देखते हैं, 3 एकम 3, 3 चों माइनस किया 50, 3 माइनस किया 2 इत्थे लग गया 20 बन गया, 3 6 18, 20 18 माइनस करिए 2 इत्थे लग गया 27 बन गया, 3 आया 27। आ बेटा हम तुसीं याद रखना 13 13 169 ਹੁੰਦੇ ਆ। सो ਹੁਣ ਆਪਾਂ 1014 ਨੂੰ ਕਿੱਦਾਂ ਲਿਖ ਸਕਦੇ ਹਾਂ, 1014 ਨੂੰ ਆਪਾਂ ਲਿਖ ਸਕਦੇ ਹਾਂ 2 ਗੁਣਾ 3 ਗੁਣਾ 13 ਗੁਣਾ 13। ਇਹ ਕੀ ਕੀਤਾ ਆਪਾਂ, ਇਹਦੇ ਅਭਾਜ ਗੁਣਨਖੰਡਾਂ ਦੇ ਗੁਣਨਫਲਾਂ ਦੇ ਰੂਪ ਵਿੱਚ ਲਿਖ ਦਿੱਤਾ। ਜੇ ਬੇਟਾ ਜਿਹੜੀ ਭਾਜ ਸੰਖਿਆ ਹੁੰਦੀ ਆ ਭਾਜ, ਉਹਨੂੰ ਹੀ ਆਪਾਂ ਇੱਦਾਂ ਲਿਖ ਸਕਦੇ ਹਾਂ, ਅਭਾਜ ਗੁਣਨਖੰਡ ਤੇ ਗੁਣਨਫਲਾਂ ਦੇ ਰੂਪ ਵਿੱਚ। ਅਭਾਜ ਨੂੰ ਥੋੜ੍ਹੀ ਲਿਖ ਸਕਦੇ ਹਾਂ, ਕਿਉਂਕਿ ਅਭਾਜ ਦੇ ਤਾਂ ਗੁਣਨਖੰਡ ਹੀ ਨਹੀਂ ਇੱਦਾਂ ਬਣਦੇ, ਠੀਕ ਹੈ। ਕਿਉਂਕਿ ਆਪਾਂ 1014 ਨੂੰ ਕਿੱਦਾਂ ਲਿਖ ਦਿੱਤਾ ਆ, 2 ਗੁਣਾ 3 ਗੁਣਾ 13 ਗੁਣਾ 13, ਯਾਨੀ 1014 ਨੂੰ ਆਪਾਂ ਅਭਾਜ ਗੁਣਨਖੰਡਾਂ ਦੇ ਗੁਣਨਫਲਾਂ ਦੇ ਰੂਪ ਵਿੱਚ ਲਿਖ ਦਿੱਤਾ ਹੈ। ਇਸ ਲਈ 1014 ਕੀ ਆ, ਇਹ ਭਾਜ ਸੰਖਿਆ ਹੈ, ਠੀਕ ਹੈ। ਤੁਸੀਂ ਥੱਲੇ ਲਿਖ ਦੇਣਾ ਆ, ਕਿਉਂਕਿ 1014 ਨੂੰ ਅਭਾਜ ਗੁਣਨਖੰਡਾਂ ਦੇ ਗੁਣਨਫਲਾਂ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ, ਇਸ ਲਈ 1014 ਕੀ ਹੈ, ਇਹ ਇੱਕ ਭਾਜ ਸੰਖਿਆ ਹੈ, ਠੀਕ ਹੈ ਬੇਟਾ। ਇੱਦਾਂ ਇਹਦਾ ਸੈਕਿੰਡ ਪਾਰਟ ਆਪਾਂ ਕਰਨਾ। ਸੈਕਿੰਡ ਪਾਰਟ ਵਿੱਚ ਕੀ ਆ ਸਾਡੇ ਕੋਲ, 7 ਗੁਣਾ 6 ਗੁਣਾ 5 ਗੁਣਾ 4 ਗੁਣਾ 3 ਗੁਣਾ 1 ਜਮਾ 5, ਠੀਕ ਹੈ। ਇਹਦੇ 'ਚ ਬੇਟਾ ਦੇਖੋ ਇਹਨਾਂ ਇੱਥੋਂ ਲੈ ਕੇ ਇੱਥੇ ਤੱਕ ਸਾਰਿਆਂ ਵਿੱਚ ਗੁਣਾ ਹੈ, ਠੀਕ ਹੈ। ਇਹਨਾਂ ਨੂੰ ਆਪਾਂ ਮਲਟੀਪਲਾਈ ਕਰ ਦੇਣਾ, ਠੀਕ ਹੈ। ਜਦੋਂ ਇਹਨਾਂ ਨੂੰ ਮਲਟੀਪਲਾਈ ਕਰੀਏ ਬੇਟਾ ਸਾਡੇ ਕੋਲ ਆਨਸਰ ਆ ਜਾਣਾ ਇਹਦੇ ਵਿੱਚ 5040। ਇਹਨਾਂ ਨੂੰ ਮਲਟੀਪਲਾਈ ਕਰੋ ਨਾ, ਪਹਿਲਾਂ ਇੱਕ ਨੂੰ 2 ਨਾਲ, ਫਿਰ ਜਿੰਨਾ ਆਨਸਰ ਆ 3, ਜਿੰਨਾ ਆਨਸਰ ਆ 4, ਜਿੰਨਾ ਆਨਸਰ 5, ਜਿੰਨਾ ਆਨਸਰ 6, ਜਿੰਨਾ ਆਨਸਰ ਆ 7। ਇਹ ਸਾਡੇ ਕੋਲ ਬੇਟਾ ਆ ਜਾਣਾ ਹੁਣ, ਇਹ ਆ ਗਿਆ ਸਾਡੇ ਕੋਲ 1000 ਨਹੀਂ ਬੇਟਾ, ਸਾਡੇ ਕੋਲ ਆਉਣਾ 5040, ਠੀਕ ਹੈ, ਪਲੱਸ ਆਹ ਵਾਲਾ 5, ਇਹ ਕਿੰਨਾ ਕੁ ਬੇਟਾ 5045, ਠੀਕ ਹੈ। ਹੁਣ ਯਾਨੀ ਜਿਹੜਾ ਉਹਨੇ ਨੰਬਰ ਦਿੱਤੇ ਸੀ ਇਹਦਾ ਆਨਸਰ ਇੰਨਾ ਆ, ਇਹ ਕਿਹੜੀ ਸੰਖਿਆ, ਆਹ ਸੰਖਿਆ, ਇਹ ਸੰਖਿਆ ਨੂੰ ਇੱਦਾਂ ਆਪਾਂ ਲਿਖ ਸਕਦੇ ਨਾ। ਹੁਣ ਇਹਨੂੰ ਆਪਾਂ ਇਹਦੇ ਆਪਾਂ ਭਾਜ ਗੁਣਨਖੰਡ ਕਰਕੇ ਦੇਖਾਂਗੇ ਕੀ ਆਪਾਂ ਇਹਦੇ ਭਾਜ ਗੁਣਨਖੰਡ ਕਰ ਸਕਦੇ ਹਾਂ। ਜੇ ਕਰ ਸਕਦੇ ਹਾਂ ਇਹਦੇ ਵੀ, ਇਹਦੇ ਵਾਂਗੂ ਤੇ ਵੀ ਭਾਜ ਹੋ ਜਾਏਗੀ। ਤਾਂ 5 ਇਹਦੇ ਲੱਗਾ ਐਂਡ ਤੇ 5 ਨਾ ਕਰਾਂਗਾ ਮੈਂ, 5 10 50, 4 ਨਹੀਂ ਜਾਂਦਾ, ਜ਼ੀਰੋ ਲਾਈ ਦੀ ਬੇਟਾ, 5 ਨਾਮ 45। ਹੁਣ ਬੇਟਾ ਇਹ ਜਿਹੜਾ 1009 ਆ, ਇਹਨੂੰ ਤੁਸੀਂ ਜਿੰਨੇ ਨੰਬਰ ਜਿੱਦਾਂ ਭਾਜ ਸੰਖਿਆ ਵਾ 2 ਆ 3 ਆ 5 ਆ 7 ਆ 11 13 17 19 23 ਕਰਕੇ ਦੇਖ ਲਓ ਬੇਟਾ, ਕਿਸੇ ਨੰਬਰ ਨਾਲ ਭਾਗ ਨਹੀਂ ਹੋਣਾ। ਤੁਸੀਂ ਕੋਸ਼ਿਸ਼ ਕਰਨੀ ਆ ਵੱਧ ਤੋਂ ਵੱਧ ਨੰਬਰ ਨਾਲ ਕਰਕੇ ਦੇਖੋ ਹੁੰਦਾ ਕਿ ਨਹੀਂ ਹੁੰਦਾ। ਇਹ ਕਿਸੇ ਵੀ ਸੰਖਿਆ ਨਾਲ ਹੁਣੇ ਅੱਗੇ ਨਹੀਂ ਜਾਣਾ, ਠੀਕ ਹੈ, ਕਿਉਂਕਿ 1009 ਜਿਹੜਾ ਹੈ ਇੱਕ ਆਪ ਇੱਕ ਅਭਾਜ ਸੰਖਿਆ ਹੈ, ਠੀਕ ਹੈ, ਇਹ ਅੱਗੇ ਨਹੀਂ ਹੋ ਸਕਦੀ। ਹੁਣ ਜਿਹੜਾ ਆ 5045 ਨੂੰ ਮੈਂ ਕਿੱਦਾਂ ਲਿਖੂੰਗਾ, 5 ਗੁਣਾ 1009, ਆ ਵੀ ਅਭਾਜ, ਆ ਵੀ ਅਭਾਜ। ਸੋ ਮੈਂ ਕੀ ਕੀਤਾ, 5045 ਨੂੰ ਕਿੱਦਾਂ ਲਿਖ ਸਕਦੇ ਹਾਂ ਆਪਾਂ, ਅਭਾਜ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਵਿੱਚ। ਜੇ 5045 ਨੂੰ ਅਭਾਜ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖ ਸਕਦੇ ਹਾਂ, ਤੇ ਇਹਦਾ ਮਤਲਬ ਕਿ 5045 ਕੀ ਹੋਊਗੀ, ਭਾਜ ਸੰਖਿਆ। ਕਿਉਂ, ਕਿਉਂਕਿ ਭਾਜ ਸੰਖਿਆਵਾਂ ਨੂੰ ਆਪਾਂ ਇੱਦਾਂ ਲਿਖ ਸਕਦੇ ਹਾਂ, ਅਭਾਜ ਨੂੰ ਥੋੜ੍ਹੀ ਲਿਖ ਸਕਦੇ ਹਾਂ। ਜਿੱਦਾਂ ਹੁਣ 1009 ਸੀ, 1009 ਦੇ ਤਾਂ ਫੈਕਟਰ ਨਹੀਂ ਬਣਨੇ, ਇਹਨੂੰ ਮੈਂ ਥੋੜ੍ਹੀ ਲਿਖ ਸਕਦਾ ਵੀ ਕਿਹੜੇ ਨੰਬਰ ਨੂੰ ਕਿਹੜੇ ਨਾਲ ਗੁਣਾ ਕਰਨਾ 1009 ਬਣਦਾ, ਠੀਕ ਹੈ। ਇਹਦੇ ਤਾਂ ਫੈਕਟਰ ਹੀ ਨਹੀਂ ਬਣਦੇ, ਇਹਦੇ ਹੋਰ ਅੱਗੇ ਜਾਂਦੇ ਹੀ ਨਹੀਂ ਗੁਣਨਖੰਡ। ਤਾਂ ਜਿਹੜੀ ਭਾਜ ਸੰਖਿਆ ਹੁੰਦੀ ਆ ਉਹਨੂੰ ਹੀ ਆਪਾਂ ਇੱਦਾਂ ਲਿਖ ਸਕਦੇ ਹਾਂ, ਅਭਾਜ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਵਿੱਚ, ਠੀਕ ਹੈ। ਹੁਣ ਆਪਾਂ ਆਨਸਰ ਕੀ ਲਿਖਣਾ, ਆਹ ਕਰਕੇ ਬੇਟਾ ਥੱਲੇ ਆਪਾਂ ਲਿਖ ਦੇਣਾ, ਕਿਉਂਕਿ 5045 ਨੂੰ ਅਸੀਂ ਅਭਾਜ ਗੁਣਨਖੰਡ ਦੇ ਗੁਣਨਫਲਾਂ ਦੇ ਰੂਪ ਵਿੱਚ ਲਿਖ ਸਕਦੇ ਹਾਂ। ਇਸ ਲਈ 5045 ਇੱਕ ਭਾਜ ਸੰਖਿਆ ਹੈ, ਭਾਜ ਭੱਬੇ ਵਾਲੀ, ਠੀਕ ਹੈ। ਇਹ ਕੀ ਇੱਕ ਭਾਜ ਸੰਖਿਆ ਹੈ, ਠੀਕ ਹੈ ਬੇਟਾ। ਇਸ ਤੋਂ ਬਾਅਦ ਇਹ ਸਾਡਾ ਨੈਕਸਟ ਕੁਐਸਚਨ, ਨੈਕਸਟ ਬੇਟਾ ਸਾਡਾ ਕੁਐਸਚਨ ਨੰਬਰ 7th ਕੁਐਸਚਨ ਹੈ। 7th ਵਿੱਚ ਕੀ ਕਹਿੰਦਾ, ਕਿਸੇ ਖੇਡ ਦੇ ਮੈਦਾਨ ਦੇ ਚਾਰੇ ਪਾਸੇ ਇੱਕ ਚੱਕਰਾਕਾਰ ਰਸਤਾ ਹੈ, ਠੀਕ ਹੈ। ਖੇਡ ਦਾ ਮੈਦਾਨ ਆ, ਉਹਦੇ ਚਾਰੇ ਪਾਸੇ ਚੱਕਰਾਕਾਰ ਰਸਤਾ ਹੈ, ਚੱਕਰ ਵਰਗਾ। ਇਸ ਮੈਦਾਨ ਦਾ ਇੱਕ ਚੱਕਰ ਲਗਾਉਣ ਲਈ ਰਿੰਪੀ ਨੂੰ 18 ਮਿੰਟ ਲੱਗਦੇ ਆ, ਜਦ ਕਿ ਇਸ ਮੈਦਾਨ ਦਾ ਇੱਕ ਚੱਕਰ ਲਗਾਉਣ ਲਈ ਰਵੀ ਨੂੰ 12 ਮਿੰਟ ਲੱਗਦੇ ਹਨ। ਮੰਨ ਲਓ ਕਿ ਉਹ ਦੋਨੋਂ ਇੱਕ ਹੀ ਸਥਾਨ 'ਤੇ ਇੱਕ ਹੀ ਸਮੇਂ 'ਤੇ ਚੱਲਣਾ ਸ਼ੁਰੂ ਕਰਦੇ ਹਨ ਅਤੇ ਇੱਕ ਹੀ ਦਿਸ਼ਾ ਵਿੱਚ ਜਾਂਦੇ ਹਨ। ਕਿੰਨੇ ਸਮੇਂ ਬਾਅਦ ਉਹ ਦੋਵੇਂ ਸ਼ੁਰੂ ਵਾਲੇ ਸਥਾਨ 'ਤੇ ਦੁਬਾਰਾ ਮਿਲਣਗੇ। ਯਾਨੀ ਕੁਐਸਚਨ ਨੂੰ ਸਮਝੋ, ਕੁਐਸਚਨ ਵਿੱਚ ਕੀ ਹੈ, ਕਹਿੰਦੇ ਇੱਕ ਚੱਕਰਾਕਾਰ ਪਾਰਕ, ਉਹਦੇ ਆਲੇ ਦੁਆਲੇ ਕਿੱਦਾਂ ਰਸਤਾ ਚੱਕਰਾਕਾਰ, ਠੀਕ ਹੈ। ਰਿੰਪੀ ਅਤੇ ਰਵੀ, ਮੰਨ ਲਓ ਰਿੰਪੀ ਇੱਥੋਂ ਸਟਾਰਟ ਹੋਈ, ਰਿੰਪੀ ਦਾ ਚੱਕਰ ਲਗਾਉਂਦੀ ਹੈ, ਇਹਦਾ ਚੱਕਰ ਲਗਾ ਕੇ ਰਿੰਪੀ 18 ਮਿੰਟ ਜਿੱਥੇ ਵਾਪਸ ਆ ਜਾਂਦੀ ਹੈ, ਯਾਨੀ ਰਿੰਪੀ 18 ਮਿੰਟ ਵਿੱਚ ਵਾਪਸ ਆ ਜਾਂਦੀ ਹੈ। ਜਿਹੜਾ ਰਵੀ ਹੈ
रवि उस तो तेज़ चलदा थोड़ा, वो की करदा, वो भी इत्थों ही स्टार्ट करदा है, ठीक है। इक्को टाइम तो शुरू होए पहला, जिद्दां मान लो 7 वजे शुरू होए तो 7 वजे शुरू होए, ठीक है। दोने इक्को टाइम तो शुरू होए चलना। ये 18 मिनट बाद वापस आ गई, ਜਿਹੜਾ रवि सी वो 12 मिनट बाद वापस आ जाता, यानी रवि की स्पीड तेज़ आ, वो 12 मिनट बाद वापस आ जाता, ठीक है। कहता दसो जो इदां ही चक्कर लाई जाण तो किन्ने चक्करां बाद किन्ने टाइम बाद ਜਿਹੜਾ ਆ ਉਹ ਦੁਬਾਰਾ आपस ਵਿੱਚ ਮਿਲ ਜਾਣਗੇ, ठीक है। बेटा की ਹੁੰਦਾ ਇਹਦੇ ਵਿੱਚ, ਜਿੱਦਾਂ ਮੰਨ ਲਓ मैं देखा मैं रिंपी ने ਪਹਿਲਾਂ 18 ਮਿੰਟ 'ਚ कवर ਕੀਤਾ ਚੱਕਰ, ਦੂਜਾ ਵੀ 18 'ਚ ਕੀਤਾ, ਤੀਜਾ ਵੀ 18 'ਚ ਕੀਤਾ, ठीक है, ਚੌਥਾ ਵੀ 18 'ਚ ਕੀਤਾ ਨਾ। रिंपी ने ਇੰਨਾ डिस्टेंस कवर ਕੀਤਾ, यानी 2 'ਚ ਉਹਨੇ ਕਿੰਨਾ कवर करता 36, 3 'ਚ ਕਿੰਨਾ ਕਰਤਾ 54, ठीक है, ਤੇ 4 'ਚ ਕਿੰਨਾ ਕਰਤਾ 72 जो है साढ़े को मिनट 72 मिनटा च मतलब पूरा किया उन्हें, ठीक है। 18 मिनट च एक राउंड, फिर 36 मिनट च एक राउंड, दूजा 2 राउंड, 3 राउंड बेटा उन्हें 54 मिनट च कवर किए ना, तो 4 राउंड 72 मिनट च किए आ। इदां जे रवि की गल करिए, रवि ने एक राउंड किया 12 मिनट च, 2 राउंड किए 24 च, 3 राउंड किए 36 च, 4 राउंड किए बेटा उन्हें किन्ने मिनट च 48 च। हुण ध्यान नाल देखो, आ देखो इत्थे भी 36 मिनट च, 36 मिनट च 2 राउंड कवर होए आ, ये बेटा 3 राउंड कवर हो गए ना 36 मिनट च। ਇਹਦਾ मतलब कि 36 मिनट बाद उन्होंने की कर लेना है, 36 मिनट बाद दोबारा आपस में एक ही जगह मिल जाएंगे। 36 मिनट बाद देखो ਇਹਦਾ 18 मिनट च एक राउंड, फिर 18 च 2, ये 2 राउंड ला के इत्थे आ गई 36 मिनट है ना। ਜਿਹੜਾ रवि सी, रिंपी इत्थे आ गई, रवि ने 12 मिनट च एक राउंड, फिर 12 मिनट च एक राउंड 24 मिनट हो गए, फिर 12 मिनट च एक राउंड 36 मिनट हो गए, वो भी 36 मिनट च इत्थे पहुँच गया। रिंपी स्लो सी, वो 36 मिनट च 2 राउंड ही वो पूरे होए इत्थे पहुँच गई। ਜਿਹੜਾ रवि सी ਉਹਦੀ स्पीड तेज़ सी, वो 3 राउंड ਵਿੱਚ ਇੱਥੇ पहुँच गई 36 ਮਿੰਟਾਂ 'ਚ ਨਾ, यानी 36 ਮਿੰਟ ਬਾਅਦ ਉਹ ਦੋਨੇ ਫੇਰ ਇੱਥੇ ਹੀ ਹੋਣੇ ਆ, ठीक है। यानी ਇਹਦਾ ਆਨਸਰ ਤਾਂ ਸਾਡਾ 36 ਆ ਗਿਆ, ਪਰ ਆਪਾਂ ਬੇਟਾ ਇੱਦਾਂ ਨਹੀਂ ਕਰਨਾ ਰਾਊਂਡ ਬੁਲਾ ਕੇ, ਆਪਾਂ ਕੀ ਕਰਨਾ ਆਪਾਂ ਇਹਦਾ LCM ਕੱਢਣਾ, ਕਿਉਂਕਿ ਜਦੋਂ ਵੀ ਆਹ ਮੀਟ ਕਰਨਗੇ ਦੋਨੇ, ਇਹ 18 ਤੇ 12 ਤੋਂ ਬਾਅਦ ਹੀ ਮੀਟ ਕਰਨੇ, 18 ਤੇ 12 ਤੋਂ ਪਹਿਲਾਂ ਤਾਂ ਮੀਟ ਕਰਨੇ ਨਹੀਂ, 18 ਮਿੰਟ ਤੇ 12 ਮਿੰਟ ਤੋਂ ਬਾਅਦ ਹੀ ਮੀਟ ਕਰਨੇ ਆ, ठीक है। तो इत्थों पता लग जाता कि जो आप चीज़ कढ़नी आ वो इन्हों तो वड्डी होनी है, जो वड्डी होएगी आप LCM कढ़ना, ठीक है बेटा। ਇਹਦਾ LCM आप कढ़ांगे तो सानू पता लग जाएगा कि वो किन्ने मिनट बाद वो आपस में मिलणगे। LCM बेटा कढ़न लई आपां की करना, 18 ਨੂੰ बेटा किद्दां ਆਪਾਂ लिख सकते हैं, 18 ਦੇ मैं फैक्टर बनावा 9 आ गया 3 आ गया, ठीक है ना। 18 ਨੂੰ मैं लिख सकदा 2 गुणा 3 ਇਹਨੂੰ मैं इदां भी लिख सकदा, ठीक है, 2 गुणा 3 ਦੀ ਪਾਵਰ 2। 12 ਦੇ बेटा मैं लिख सकदा 6 दूणी 2, तो 12 ਨੂੰ मैं लिख सकदा 2 गुणा 3, ਇਹਨੂੰ मैं इदां भी लिख सकदा 2 ਦੀ ਪਾਵਰ 2 गुणा 3। ਹੁਣ बेटा LCM ਕਿੱਦਾਂ ਕੱਢੀ ਦਾ, ਜਿਹੜੇ ਵੀ ਇਹਨਾਂ ਦੇ ਭਾਗ ਗੁਣਨਖੰਡ ਦਿਖਾਈ ਦਿੰਦੇ ਉਹ ਲਿਖ ਲੈਣੇ ਆ। ਇਹ 'ਚ 2 3 ਮੈਨੂੰ ਦਿਖਾਈ ਦਿੰਦੇ ਆ, ਇਹ 'ਚ ਵੀ 2 3 ਹੀ ਆ, ਤਾਂ 2 3 ਹੀ ਆਉਂਦੇ ਪਏ, 2 3 ਲਿਖ ਲੈਣੇ ਆ। LCM ਵਿੱਚ ਕੀ ਕਰੀਦਾ, ਵੱਡੀ ਪਾਵਰ ਲਿਖੀ ਦੀ ਆ। ਹੁਣ 2 ਦੀ ਪਾਵਰ ਇੱਥੇ 1 ਆ, ਇੱਥੇ 2 ਆ, ਤਾਂ 2 ਲਿਖ ਲਿਆ। 3 ਦੀ ਪਾਵਰ ਇੱਥੇ 2 ਆ, ਤੇ ਇੱਥੇ 1 ਆ, ਵੱਡੀ ਕਿਹੜੀ ਆ 2, ਤਾਂ 2 ਲਿਖ ਲਿਆ। ਹੁਣ ਸਾਡੇ ਕੋਲ ਕਿੰਨਾ ਆ ਗਿਆ 2 गुणा 2, 3 गुणा 3, 4 गुणा 9, 36, ठीक है। तो 36 मिनट बाद बेटा की होएगा, वो फिर दोनों इक्को ही पॉइंट ते इक्को ही इत्थे दोबारा हो वापस आपस में मिल जाने, ठीक है बेटा। समझ आया क्वेश्चन च। रिंपी स्लो सी, वो 2 राउंड ला के 18 ते 18 36 मिनट च इत्थे पहुँच गई। रवि ਜਿਹੜਾ तेज़ ਚੱਲਦਾ ਸੀ ਉਹਦੇ 3 ਰਾਊਂਡ ਕੰਪਲੀਟ ਹੋਣੇ ਆ, 12 ਮਿੰਟ 'ਚ ਇੱਥੇ, ਫਿਰ 12 ਮਿੰਟ 24 ਮਿੰਟ 'ਚ ਇੱਥੇ, ਫਿਰ 36 ਮਿੰਟ 'ਚ ਇੱਥੇ, ਤਾਂ 36 ਮਿੰਟ ਬਾਅਦ ਦੋਨੇ ਫਿਰ ਦੁਬਾਰਾ ਇੱਥੇ ਮਿਲ ਜਾਣੇ ਆ, ਠੀਕ ਹੈ। ਇਸ ਤੋਂ ਬਾਅਦ ਜੇ ਮੰਨ ਲਓ ਬੇਟਾ ਆਪਾਂ ਫੇਰ ਕੱਢਣਾ ਵੀ ਫਿਰ ਦੁਬਾਰਾ ਕਦੋਂ ਮਿਲਣਗੇ, ਤਾਂ ਜਿਹੜਾ 36 ਆਇਆ ਇਹਨੂੰ 2 ਨਾਲ ਗੁਣਾ ਕਰ ਦਿਓ, 36 ਦੂਣਾ 72, 72 ਮਿੰਟ ਬਾਅਦ ਫਿਰ ਉਹ ਇੱਥੇ ਮਿਲਣਗੇ, ਠੀਕ ਹੈ। ਇਹਨੂੰ 3 ਨਾਲ ਗੁਣਾ ਕਰ ਦਿਓ, 36 ਇਹਨੂੰ 4 ਨਾਲ ਗੁਣਾ ਕਰ ਦਿਓ, ਠੀਕ ਹੈ। 4 ਨਾਲ ਗੁਣਾ ਕਰਦੀ 144, ਇਹਦੋਂ ਵੀ ਮੀਟ ਕਰਨਗੇ ਉਹ ਦੁਬਾਰਾ, ठीक है। इनू जो आप 3 ਨਾਲ गुणा करती बेटा 3 ਨਾਲ गुणा करती 6 ਤੀ 18, 3 ਤੀ 9 ਦੇ 108 मिनट बाद भी दोबारा मीट करनगे, ठीक है। यानी जो 36 आ ये मल्टीपल ये जोड़े गुणज आ 36 एकम 36 मिनट बाद मिलणगे, फिर 72 मिनट बाद मिलणगे, फिर 108 मिनट बाद मिलणगे, फिर 144 मिनट बाद मिलणगे। दोबारा जो इदां ही राउंड लाई जाण तो इन्ने मिनट बाद वो मिली जाने, पर सब तो पहला कदों मीट करने, सब तो पहला 36 मिनट बाद आपस च वो मिलने आ, ठीक है बेटा। आपां यही करना हुंदा लीस्ट मतलब सब तो घट वाला जो दोबारा मिलूगे, तो आप की करना सी LCM। ये बेटा साडी एक्सरसाइज जी 1.2 कंप्लीट हो जाती है।